ਹੁਣ ਮੇਰਾ ਸਵਾਲ ਇਹ ਹੈ ਕਿ ਸਾਨੂੰ ਕਦੇ ਵੀ ਕਿਸੇ ਹੋਰ ਰਿਸ਼ਤੇ ਦੇ ਨਾਲ ਅਜਿਹਾ ਪਿਆਰ ਕਿਉਂ ਨਹੀਂ ਹੁੰਦਾ। ਦੂਸਰਾ, ਜਦੋਂ ਸਾਨੂੰ ਕਿਸੇ ਦੇ ਨਾਲ, ਖਾਸ ਕਰਕੇ ਇੱਥੇ ਅੱਜ ਲੜਕਾ ਤੇ ਲੜਕੀ ਦੀ ਹੀ ਗੱਲ ਕਰਦੇ ਹਾਂ, ਜਦੋਂ ਸਾਨੂੰ ਕਿਸੇ ਦੇ ਨਾਲ ਪਿਆਰ ਹੋ ਜਾਂਦਾ ਵਾ, ਫਿਰ ਸਾਡਾ ਕਿਉਂ ਦਿਲ ਕਰਦਾ, ਆਪਾਂ ਕਿਉਂ ਪਿਆਰ ਦੇ ਵਿੱਚ ਕਹਿੰਦੇ ਹਾਂ ਕਿ ਚੱਲ ਕਿਤੇ ਭੱਜ ਜਾਈਏ। ਅਸੀਂ ਕਿਉਂ ਮਾਹੌਲ ਤੋਂ, ਹਰ ਚੀਜ਼ ਤੋਂ ਭੱਜ ਕੇ ਪਿਆਰ ਦੇ ਹੀ ਵਸਿੰਦੇ ਬਣਨਾ ਚਾਹੁੰਦੇ ਹਾਂ। ਪਿਆਰ ਦੇ ਵਿੱਚ ਸਾਰੇ ਪ੍ਰੇਮੀਆਂ ਦੀ ਇਹੀ ਹੁੰਦੀ ਆ ਖੁਆਇਸ਼ ਕਿ ਕਿਤੇ ਭੱਜ ਜਾਈਏ। ਕਿਉਂ? ਇਹ ਮੇਰਾ ਸਵਾਲ ਜਦੋਂ ਤੁਸੀਂ ਧਿਆਨ ਦੇ ਨਾਲ ਦੇਖੋਗੇ ਬਹੁਤ ਹੀ ਪਿਆਰਾ ਵਾ, ਅਤੇ ਇਸ ਦਾ ਜਵਾਬ, ਸਵਾਲ ਜਿੰਨਾ ਪਿਆਰਾ ਉਸ ਤੋਂ ਜ਼ਿਆਦਾ ਗਹਿਰਾ ਸਵਾਦ ਆਊਗਾ ਇਸ ਦੇ ਜਵਾਬ ਦੇ ਵਿੱਚ। ਕਿਉਂਕਿ ਪਿਆਰ ਤੋਂ ਵੀ ਸੋਹਣੀ ਚੀਜ਼, ਪਿਆਰ ਨੂੰ ਬਿਆਨ ਕਰਨ ਦੇ ਵਿੱਚ ਉਦੋਂ ਵੀ ਮਜ਼ਾ ਆਉਂਦਾ ਜਦ ਸਾਨੂੰ ਪਤਾ ਹੋਵੇ ਕਿ ਪਿਆਰ ਹੈ ਕੀ। ਪਿਆਰ ਦੇ ਵਿੱਚ, ਪਿਆਰ ਦਾ ਸਭ ਤੋਂ ਕੀਮਤੀ ਗਹਿਣਾ ਕੀ ਆ? ਸ਼ਰਮਾਣਾ, ਹਿਆ, ਲੱਜਾ। ਇਸ ਨੂੰ ਅਸੀਂ ਕਹੀਏ ਸਮੇਂ ਦੀ ਗੱਲ ਕਹੀਏ, ਜਾਂ ਅਸੀਂ ਇਸ ਨੂੰ ਕਹੀਏ ਸਮੇਂ ਦਾ ਸਟਾਈਲ, ਜਾਂ ਕਹੀਏ ਕਿ ਸਮਾਂ ਆਪਣੇ ਆਪ ਸਮੇਂ ਦੇ ਮੁਤਾਬਕ ਹੀ ਚੱਲਦਾ ਵਾ। ਜਾਂ ਸਮਾਂ ਬਦਲ ਜਾਂਦਾ ਵਾ, ਜਾਂ ਇਨਸਾਨ ਬਦਲ ਜਾਂਦਾ, ਜਾਂ ਇਨਸਾਨ ਬਦਲ ਕੇ ਜਾਂਦਾ ਵਾ ਫਿਰ ਸਮਾਂ ਬਦਲਦਾ ਵਾ। ਇਹ ਬੜੀ ਹੀ ਇੱਕ ਬਹੁਤ ਹੀ ਸੁੰਦਰ ਸਵਾਲ ਆ ਕਿ ਜੇ ਅਸੀਂ ਇਸ ਦੀ ਗਹਿਰੀ ਖੋਜ ਦੇ ਵਿੱਚ ਜਾਵਾਂਗੇ ਕਿ ਦੋਹਾਂ ਦੇ ਵਿੱਚੋਂ ਕਿਹੜੀ ਚੀਜ਼ ਪਹਿਲਾਂ ਬਦਲਦੀ ਆ। ਸਮਾਂ ਬਦਲਦਾ ਪਹਿਲਾਂ ਕਿ ਇਨਸਾਨ ਬਦਲਦਾ ਪਹਿਲਾਂ? ਇਨਸਾਨ ਬਦਲ ਗਿਆ ਸਮਾਂ ਬਦਲੂਗਾ, ਜਾਂ ਸਮਾਂ ਬਦਲ ਗਿਆ ਇਨਸਾਨ ਬਦਲੂਗਾ? ਜਾਂ ਇਸ ਨੂੰ ਅਸੀਂ ਇੱਕ ਹੋਰ ਤਰੀਕੇ ਦੇ ਨਾਲ ਕਹਿ ਸਕਦੇ ਹਾਂ, ਦਿਸ਼ਾ ਅਤੇ ਦਸ਼ਾ। ਸਾਡਾ ਰਾਹ ਬਦਲ ਜਾਂਦਾ, ਅਸੀਂ ਬਦਲ ਜਾਂਦੇ ਹਾਂ, ਜਾਂ ਸਾਡੀ ਦਸ਼ਾ ਬਦਲ ਜਾਂਦੀ ਆ ਤੇ ਸਾਡਾ ਰਾਹ ਬਦਲ ਜਾਂਦਾ ਵਾ। ਬੜੇ ਹੀ ਸੋਹਣੇ ਸਵਾਲ ਨੇ, ਬੜੇ ਹੀ ਕੀਮਤੀ ਸਵਾਲ ਨੇ। ਜਦੋਂ ਅਸੀਂ ਜ਼ਿੰਦਗੀ ਨੂੰ ਸੁਖੀ ਤੇ ਖੁਸ਼ ਕਰਨ ਦੇ ਲਈ ਤੁਰਦੇ ਹਾਂ, ਜਦੋਂ ਅਸੀਂ ਖੁਸ਼ੀ ਦੀ ਤਲਾਸ਼ ਦੇ ਵਿੱਚ, ਸੁਖੀ ਹੋਣ ਦੀ ਲਾਲਸਾ ਦੇ ਵਿੱਚ ਇੱਕ ਰਾਹ ਦੇ ਉੱਤੇ ਪੈਂਦੇ ਹਾਂ, ਉਸ ਰਾਹ ਦੇ ਮਾਈਲਸਟੋਨ ਇਹੋ ਜਿਹੇ ਹੁੰਦੇ ਆ ਜੋ ਤੁਹਾਨੂੰ ਕਦਮ ਕਦਮ ਤੇ ਸਵਾਲ ਆਉਣਗੇ, ਜੋ ਤੁਹਾਨੂੰ ਕਦਮ ਕਦਮ ਤੇ ਹੀ ਜਵਾਬ ਦੇਣਗੇ। ਇਹ ਅਸੀਂ ਕਿਹੜਾ ਲੁਧਿਆਣੇ ਤੋਂ ਦਿੱਲੀ ਨੂੰ ਜਾਣਾ, ਕਿ ਸਾਨੂੰ ਪਤਾ ਵਾ ਅਸੀਂ ਇਸ ਰੂਟ 'ਤੇ ਦੀ ਜਾਵਾਂਗੇ ਤੇ ਅੰਬਾਲਾ ਨੇ ਆਉਣਾ ਹੀ ਆਉਣਾ ਵਾ, ਅਸੀਂ ਇਸ ਰੂਟ 'ਤੇ ਦੀ ਜਾਵਾਂਗੇ ਤਾਂ ਇਸ ਮੁਲਕ ਨੇ, ਇਸ ਥਾਂ ਨੇ ਆਉਣਾ ਹੀ ਆਉਣਾ ਵਾ। ਜਦ ਅਸੀਂ ਜ਼ਿੰਦਗੀ ਨੂੰ ਸੁਖੀ ਕਰਨ ਦੇ ਲਈ ਚੱਲਦੇ ਹਾਂ, ਉਸ ਵਕਤ ਦੇਖਿਆ ਜਾਂਦਾ ਵਾ ਸਾਡੇ ਮਨ ਦਾ ਲੈਵਲ ਕੀ ਆ। ਮਨ ਦਾ ਲੈਵਲ ਕਿੱਥੋਂ ਪਤਾ ਲੱਗੂਗਾ? ਸਾਡੀ ਸੋਚ ਕਿਹੋ ਜਿਹੀ ਆ। ਇੱਥੇ ਦੇਖਿਆ ਜਾਊਗਾ ਸਾਡੀ ਸਮਝ ਦੀ ਮਿਆਰ ਕੀ ਆ। ਸਮਝ ਦੀ ਮਿਆਰ ਕਿੱਥੋਂ ਪਤਾ ਲੱਗੂਗਾ? ਸਾਡੀ ਉੱਠਣੀ ਬੈਠਣੀ ਤੋਂ, ਸਾਡੇ ਤਰੀਕਿਆਂ ਤੋਂ, ਸਾਡੇ ਐਕਸ਼ਨਾਂ ਤੋਂ ਪਤਾ ਲੱਗੂਗਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕਿੱਧਰ ਨੂੰ ਨਹੀਂ ਜਾ ਰਹੇ। ਅੰਦਰ ਨੂੰ ਜਾਣ ਲਈ ਸਾਨੂੰ ਇੱਕ ਚੀਜ਼ ਦੀ ਜ਼ਰੂਰਤ ਆ ਕਿ ਅਸੀਂ ਆਪਣੇ ਆਪ ਨੂੰ ਖੁਸ਼, ਅਸੀਂ ਆਪਣੇ ਆਪ ਨੂੰ ਸੁਖੀ ਤੇ ਆਪਣੇ ਆਪ ਨੂੰ ਆਜ਼ਾਦ ਦੇਖਣਾ ਚਾਹੁੰਦੇ ਹਾਂ। ਜੇ ਸਾਡੇ ਵਿੱਚ ਇਹ ਖੁਆਇਸ਼ ਆ ਤਾਂ ਅਸੀਂ ਇਸ ਮਾਰਗ ਦੇ ਰਾਹੀਂ ਬਣ ਜਾਵਾਂਗੇ ਜਿੱਥੇ ਸਵਾਲ ਆਉਣਗੇ ਮਾਈਲਸਟੋਨ ਬਣ ਕੇ ਤੇ ਜਵਾਬ ਆਉਣਗੇ ਮੰਜ਼ਿਲ ਬਣ ਕੇ। ਸਾਨੂੰ ਪਤਾ ਲੱਗਦਾ ਜਾਊਗਾ ਕਿ ਸਾਡੇ ਤਾਂ ਕਦਮ ਕਦਮ ਹੀ ਮੰਜ਼ਿਲਾਂ ਦੇ ਬਖੇੜੇ ਆ। ਅਸੀਂ ਤਾਂ ਮੰਜ਼ਿਲਾਂ ਨੂੰ ਹੀ ਪਾਰ ਕਰਦੇ ਹਾਂ। ਅਸੀਂ ਸੋਚਦੇ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਮੰਜ਼ਿਲ ਪ੍ਰਾਪਤ ਕਰਨੀ ਆ। ਸਾਨੂੰ ਪਤਾ ਹੀ ਨਹੀਂ ਕਿ ਅਸੀਂ ਤਾਂ ਹਰ ਪੜਾਅ ਦੇ ਉੱਤੇ, ਹਰ ਕਦਮ ਦੇ ਉੱਤੇ, ਹਰ ਸਾਹ ਦੇ ਉੱਤੇ, ਹਰ ਪਲ ਦੇ ਵਿੱਚ ਕਿਸੇ ਨਾ ਕਿਸੇ ਮੰਜ਼ਿਲ ਨੂੰ ਹੀ ਤੈਅ ਕਰ ਰਹੇ ਹਾਂ। ਸਾਨੂੰ ਉਹ ਚੀਜ਼ਾਂ ਦਾ ਜਦੋਂ ਗਿਆਨ ਹੁੰਦਾ, ਚੀਜ਼ਾਂ ਦਾ ਜਦੋਂ ਪਤਾ ਚੱਲਦਾ, ਤਦ ਤੱਕ ਸਮਾਂ ਬਹੁਤ ਬੀਤ ਚੁੱਕਿਆ ਹੁੰਦਾ ਵਾ। ਉਸ ਬੀਤ ਚੁੱਕੇ ਸਮੇਂ ਦੇ ਲਈ
ਸਾਡੇ ਦਿਲ ਦੇ ਵਿੱਚ ਗਿਲਾ ਜ਼ਰੂਰ ਹੁੰਦਾ ਵਾ, ਪਰ ਗਿਲਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਕਰਦੇ ਹਾਂ ਪਿਆਰ ਦੀ ਗੱਲ। ਪਿਆਰ ਦਾ ਸਾਨੂੰ ਪਤਾ ਨਹੀਂ ਗਾ। ਇੱਕ ਲੜਕਾ ਤੇ ਲੜਕੀ ਕਹਿੰਦੇ ਆ ਜਿਨ੍ਹਾਂ ਦੇ ਲਈ ਸਾਰੇ ਰਿਸ਼ਤੇ ਪਰਾਏ ਹੋ ਜਾਂਦੇ ਆ। ਕੀ ਅਜਿਹਾ ਰਿਸ਼ਤਾ ਮਾਂ ਦੇ ਨਾਲ ਨਹੀਂ ਹੋ ਸਕਦਾ? ਕੀ ਅਜਿਹਾ ਰਿਸ਼ਤਾ ਬਾਪ ਦੇ ਨਾਲ ਨਹੀਂ ਹੋ ਸਕਦਾ? ਭੈਣ ਭਰਾਵਾਂ ਦਾ ਨਹੀਂ ਹੋ ਸਕਦਾ? ਭਰਾ ਭਰਾ ਦਾ ਨਹੀਂ ਹੋ ਸਕਦਾ? ਮਾਂ ਤੇ ਪੁੱਤ ਦਾ ਨਹੀਂ ਹੋ ਸਕਦਾ? ਮੇਰੇ ਲਈ ਅਜਿਹੀਆਂ ਚੀਜ਼ਾਂ ਨੂੰ ਦੇਖਣਾ, ਜੀਣਾ ਬਹੁਤ ਚਾਅ ਸੀ। ਮੇਰਾ ਦਿਲ ਕਰਦਾ ਜੋ ਰਿਸ਼ਤਾ ਇੱਕ ਲੜਕਾ ਤੇ ਇੱਕ ਲੜਕੀ ਦੇ ਵਿੱਚ ਕਾਇਮ ਹੁੰਦਾ ਤੇ ਉਹ ਇੱਕ ਦੂਜੇ ਦੇ ਲਈ ਕਿਸ ਤਰ੍ਹਾਂ ਮਰ ਮਿਟਦੇ ਆ, ਉਹੀ ਰਿਸ਼ਤਾ ਮੇਰਾ ਮੇਰੀ ਬੇਟੀ ਦੇ ਨਾਲ, ਮੇਰੇ ਬੇਟੇ ਦੇ ਨਾਲ, ਮੇਰੇ ਭੈਣ ਭਰਾਵਾਂ ਦੇ ਨਾਲ ਕਿਉਂ ਨਾ ਹੋਵੇ। ਇਨਸਾਨ ਦੀ ਪਰਖ ਇਨਸਾਨ ਦੇ ਸਵਾਲਾਂ ਤੋਂ ਆ ਜਾਂਦੀ ਆ। ਇਨਸਾਨ ਕਿਹੋ ਜਿਹੇ ਸਵਾਲ ਕਰਦਾ, ਇਨਸਾਨ ਕਿਹੋ ਜਿਹੀਆਂ ਸੋਚਾਂ ਦਾ ਮਾਲਿਕ, ਉਹੋ ਜਿਹੇ ਹੀ ਸਵਾਲ ਪੈਦਾ ਕਰੂਗਾ ਨਾ। ਜੇ ਸਾਡੇ ਸਵਾਲ PhD ਵਾਲੇ ਹੋਣਗੇ ਤਾਂ ਅਸੀਂ ਪੁੱਛਾਂਗੇ ਨਾ ਕਿ ਇਸ ਇਨਸਾਨ ਨੇ PhD ਕੀਤੀ ਹੋਈ ਆ। ਜੇ ਸਾਡੇ ਸਵਾਲ ਹੀ ਪੈਸੇ ਦੇ, ਘਰ-ਬਾਰ ਦੇ, ਲੀੜੇ ਲੱਤੇ ਦੇ ਹੋਣਗੇ, ਇਹਦਾ ਮਤਲਬ ਹੈ ਕਿ ਅਸੀਂ ਹਜੇ ਘਰੇਲੂ ਲਾਈਫ ਦੇ ਵਿੱਚ ਆ। ਘਰੇਲੂ ਲਾਈਫ ਨੂੰ ਵੀ ਖੁਸ਼ੀ ਕਰਨ ਦਾ, ਸੁਖੀ ਕਰਨ ਦਾ ਬਲ ਸਾਡੇ ਵਿੱਚ ਹੋਣਾ ਚਾਹੀਦਾ ਵਾ। ਘਰੇਲੂ ਲਾਈਫ ਬਹੁਤ ਸੁੰਦਰ ਲਾਈਫ, ਜ਼ਿੰਦਗੀ ਹਰ ਜ਼ਿੰਦਗੀ ਦਾ ਹਿੱਸਾ, ਹਰ ਰੂਪ ਦੇ ਵਿੱਚ ਜ਼ਿੰਦਗੀ ਬਹੁਤ ਸੋਹਣੀ ਆ। ਪਰ ਅਸੀਂ ਉਸ ਜ਼ਿੰਦਗੀ ਨੂੰ ਕੀ ਕਰਨਾ? ਜੇ ਅਸੀਂ ਉਸ ਜ਼ਿੰਦਗੀ ਨੂੰ ਦੁੱਖਾਂ ਦੇ ਵਿੱਚ, ਤਕਲੀਫਾਂ ਦੇ ਵਿੱਚ ਹੰਢਾ ਰਹੇ ਹਾਂ। ਅਸੀਂ ਜ਼ਿੰਦਗੀ ਨੂੰ ਪਿਆਰ ਬਣਾਉਣਾ। ਅਸੀਂ ਮਾਂ ਤੇ ਪੁੱਤ ਨੇ ਪ੍ਰੇਮੀ ਬਣ ਕੇ ਜੀਣਾ, ਮਾਂ ਤੇ ਬੇਟੀ ਨੇ, ਭੈਣ ਭਰਾਵਾਂ ਨੇ ਪ੍ਰੇਮੀ ਬਣ ਕੇ ਜੀਣਾ। ਅਸੀਂ ਪ੍ਰੇਮੀ ਕਿੰਝ ਬਣਾਂਗੇ? ਸਭ ਤੋਂ ਪਹਿਲਾਂ ਪਿਆਰ ਦਾ ਜੋ ਕੀਮਤੀ ਗਹਿਣਾ ਵਾ, ਹਿਆ। ਸਾਡੇ ਸਭਨਾਂ ਦੇ ਵਿੱਚ ਸਾਡੇ ਲਈ, ਸਾਡੇ ਰਿਸ਼ਤੇ ਦੀ ਹਿਆ, ਸਾਡੇ ਰਿਸ਼ਤੇ ਦੀ ਮਰਿਆਦਾ, ਸਾਡੇ ਰਿਸ਼ਤੇ ਦੀ ਇੱਕ ਬੰਦਿਸ਼, ਇੱਕ ਬੁਨਿਆਦ ਹੋਣੀ ਚਾਹੀਦੀ ਆ। ਉਹ ਹੈਗੀ ਹਿਆ। ਪੁਰਾਣੇ ਸਮੇਂ ਹੁੰਦੇ ਸੀ, ਮੈਂ ਤਾਂ ਉਹਨਾਂ ਸਮਿਆਂ ਨੂੰ ਦੇਖਿਆ ਵਾ। ਮੈਂ ਦੇਖਦੀ ਸੀ ਕਿ ਜੇ ਮੇਰੇ ਮਾਮੇ ਦੇ ਵਿੱਚ ਲੱਜਾ ਵਾ, ਮੇਰੇ ਮਾਮੇ ਦੇ ਵਿੱਚ ਵੀ ਲੱਜਾ ਸੀ। ਜੇ ਮੇਰੀ ਨਾਨੀ ਸ਼ਰਮਾਂਦੀ ਆ, ਮੇਰਾ ਨਾਨਾ ਉਦੋਂ ਜ਼ਿਆਦਾ ਸ਼ਰਮਾਂਦਾ ਸੀ। ਮੈਂ ਦੇਖਿਆ ਵਾ ਮੇਰੀ ਮਾਸੀ ਨੂੰ ਸ਼ਰਮਾਂਦੀ ਨੂੰ, ਮੈਂ ਮਾਸੀ ਨੂੰ ਸ਼ਰਮਾਂਦੀ ਨੂੰ ਦੇਖਿਆ। ਮੈਂ ਮਾਸੜ ਨੂੰ ਕਹਿੰਦੀ ਹਾਂ, ਮਾਸੜ ਦੇਖ ਮਾਸੀ ਕਿੰਨੀ ਸੋਹਣੀ ਲੱਗਦੀ ਆ। ਮਾਸੜ ਨੇ, ਤੁਸੀਂ ਯਕੀਨ ਰੱਖਿਓ, ਮਾਸੜ ਕਿਸ ਤਰ੍ਹਾਂ ਮੰਜੇ ਤੇ ਬੈਠਾ ਸੀ, ਨੀਵੀਂ ਪਾਈ ਹੋਈ ਸੀ, ਮੇਰੇ ਨਾਲ ਨੀਵੀਂ ਪਾ ਕੇ ਗੱਲ ਕਰ ਰਿਹਾ ਮਾਸੜ। ਮੈਂ ਉਸ ਵਕਤ ਹੈਗੀ ਹਾਂ 11 ਸਾਲ ਦੀ, ਮੇਰੇ ਨਾਲ ਨੀਵੀਂ ਪਾ ਕੇ ਦੇ ਗੱਲ ਕਰ ਰਿਹਾ ਮਾਸੜ ਮੇਰਾ। ਮੈਂ ਕਿਹਾ ਦੇਖ ਮਾਸੜ, ਮਾਸੀ ਕਿੰਨੀ ਸੋਹਣੀ ਲੱਗਦੀ ਆ। ਮਾਸੜ ਨੇ ਐਵੇਂ ਨਹੀਂ, ਸਿੱਧਾ ਹੀ ਇੱਕਦਮ ਮਾਸੀ ਵੱਲੀ ਦੇਖਿਆ। ਮਾਸੀ ਮੇਰੀ ਬਹੁਤ ਸੋਹਣੀ ਸੀਗੀ। ਉਹਨੇ ਜਿਵੇਂ ਕੋਈ ਨਵੀਂ ਨਵੇਲੀ ਦੁਲਹਨ ਦੇਖਦੀ ਹੁੰਦੀ ਆ, ਹੌਲੀ ਹੌਲੀ ਅੱਖ ਨੂੰ ਉੱਤੇ ਨੂੰ ਉਠਾ ਕੇ, ਮਾਸੜ ਨੇ ਵੀ ਸ਼ਰਮ ਦੇ ਨਾਲ, ਸੰਗਦੇ ਨੇ ਮਾਸੀ ਨੂੰ ਦੇਖਿਆ। ਮੈਨੂੰ ਉਹ ਪਲ ਯਾਦ ਆਉਂਦੇ ਨੇ ਜਦੋਂ ਮੈਂ ਮਾਮੇ ਮਾਮੀਆਂ ਦੇ ਵਿੱਚ ਸ਼ਰਮ ਹਿਆ ਦੇਖਦੀ ਸੀ, ਮਾਸੀ ਦੇ ਵਿੱਚ, ਮਾਸੜ ਦੇ ਵਿੱਚ ਸ਼ਰਮ ਹਿਆ ਦੇਖਦੀ ਸੀ। ਇੱਥੋਂ ਤਾਂ ਛੱਡੋ, ਮੇਰਾ ਮੂਡ ਹੀ ਇਹੋ ਜਿਹਾ ਸੀ। ਨਿੱਕੀ ਹੁੰਦੀ ਤੋਂ ਹੀ ਮੈਂ ਜਿਵੇਂ, ਜਿਹੜੀ ਮੈਨੂੰ ਕੋਈ ਚੀਜ਼ ਦੇਖਦੀ ਸੀ, ਜਿਵੇਂ ਮੈਂ ਆਪਣੇ ਆਪ ਨੂੰ ਸੋਚ ਹੀ ਨਹੀਂ ਸਕਦੀ ਮੈਂ ਕਦੇ ਨਿੱਕੀ ਸੀਗੀ, ਕਿਉਂਕਿ ਮੈਂ ਹਰ ਇੱਕ ਬੰਦੇ ਨੂੰ ਓਬਜ਼ਰਵ ਕਰਦੀ ਸੀਗੀ। ਮੈਂ ਦੇਖਣਾ ਕਿ ਜੇ ਨਾਨਾ ਜਾਂਦਾ ਵਾ ਖੇਤਾਂ ਨੂੰ, ਮੈਂ ਦੇਖਣਾ ਨਾਨਾ ਕਿਵੇਂ ਦੇਖਦਾ ਮਾਂ ਨਾਨੀ ਵੱਲੀ ਨੂੰ, ਨਾਨੀ ਨੂੰ ਕਿਵੇਂ ਹੁੰਦੀ ਆ ਵੀ ਮੈਂ ਦਵਾ ਦਵ ਰੋਟੀ ਪਕਾ ਕੇ ਉਹਦੇ ਹੱਥ 'ਚ ਫੜਾ ਕੇ ਆਵਾਂ। ਮਾਮੀਆਂ ਆ ਗਈਆਂ, ਕਿਵੇਂ ਉਹ ਲੜਦੀਆਂ ਹੁੰਦੀਆਂ ਸੀਗੀਆਂ ਵੀ ਅੱਜ ਮੈਂ ਖੇਤਾਂ 'ਚ ਰੋਟੀ ਲੈ ਕੇ ਜਾਣੀ ਆ। ਦੂਜੀ ਮਾਮੀ ਨੇ ਕਹਿਣਾ ਨਹੀਂ ਅੱਜ ਤੇਰੀ ਵਾਰੀ ਨਹੀਂ, ਮੇਰੀ ਵਾਰੀ ਆ ਖੇਤਾਂ 'ਚ ਰੋਟੀ ਲੈ ਕੇ ਜਾਣ ਦੀ। ਅਜੀਬੋ ਜੀ ਦਾਸਤਾਨ। ਅੱਜ ਅਸੀਂ ਸੋਚਦੇ ਹਾਂ ਕਿ ਨਹੀਂ, ਅਸੀਂ ਪੱਖੇ ਦੇ ਥੱਲੇ ਪੈ ਜਾਈਏ, ਜਿਹਨੇ ਰੋਟੀ ਲੈ ਕੇ ਜਾਣੀਆਂ ਖਾਣੀਆਂ ਖਾਵੇ, ਜਿਹਨੂੰ ਭੁੱਖ ਲੱਗੂਗੀ ਆਪੇ ਖਾਂਦਾ ਫਿਰੂਗਾ। ਉਹ ਰਿਸ਼ਤੇ ਦੀ ਮਰਿਆਦਾ, ਉਹ ਰਿਸ਼ਤੇ ਦਾ ਪਿਆਰ, ਉਹ ਰਿਸ਼ਤੇ ਦੇ ਵਿੱਚ
ਹਿਆ। ਜੇ ਰਿਸ਼ਤੇ ਦੇ ਵਿੱਚ ਹਿਆ ਨਹੀਂ ਹੈਗੀ, ਜੇ ਪੁੱਤ ਨੂੰ ਮਾਂ ਤੋਂ ਨਹੀਂ ਸ਼ਰਮ ਆਊਗੀ, ਮਾਂ ਨੂੰ ਪੁੱਤ ਤੋਂ ਸ਼ਰਮ ਨਹੀਂ ਆਊਗੀ, ਤਾਂ ਦੋਹਾਂ ਦੇ ਵਿੱਚ ਪਿਆਰ ਕਦੇ ਹੋ ਹੀ ਨਹੀਂ ਸਕਦਾ। ਰਿਸ਼ਤੇ ਦੀ ਮਰਿਆਦਾ, ਹਰ ਇਨਸਾਨ ਜੋ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਵੱਲੀ ਜਾਊਗਾ, ਨਿਮਾਣਾ ਹੋ ਕੇ ਜਾਊਗਾ। ਜੇ ਤੁਹਾਨੂੰ ਰਿਸ਼ਤਿਆਂ ਦੇ ਵਿੱਚ ਦੀ ਚੱਲਣ ਕੇ ਨਿਮਾਣਾ ਹੋਣਾ ਨਹੀਂ ਆਇਆ, ਜੇ ਤੁਹਾਡੇ ਵਿੱਚ ਉਹ ਨਿਮਾਣਾਪਨ ਨਹੀਂ ਆਇਆ, ਨਿਮਾਣਾਪਨ ਕਿਸ ਚੀਜ਼ ਦੇ ਨਾਲ ਆਉਂਦਾ? ਨਿਮਾਣਾਪਨ ਆਉਂਦਾ ਹਿਆ ਦੇ ਨਾਲ। ਹਿਆ ਕਿੱਥੋਂ ਪੈਦਾ ਹੁੰਦੀ ਆ? ਆਪਣੀ ਔਕਾਤ ਤੋਂ। ਇਨਸਾਨ ਦੇ ਵਿੱਚ ਹੁੰਦਾ ਕਿ ਮੇਰੀ ਔਕਾਤ ਕੀ ਆ। ਅਸੀਂ ਤਾਂ ਜੰਮਦੇ ਹੀ ਸੋਚਦੇ ਹਾਂ ਸਾਡੀਆਂ ਤਾਂ ਔਕਾਤਾਂ ਹੀ ਬਹੁਤ ਵੱਡੀਆਂ ਨੇ। ਅਸੀਂ ਆਪਣੇ ਮੁਲਕ ਨੂੰ, ਆਪਣੇ ਧਰਮ ਨੂੰ, ਆਪਣੇ ਆਪ ਨੂੰ ਰਾਜਾ ਯੁਧਿਸ਼ਟਰ ਦੇ ਨਾਲ, ਰਾਜਾ ਕੀ ਕਹਾਂ ਔਰੰਗਜ਼ੇਬ ਨਾਲੋਂ, ਹਿਟਲਰ ਨਾਲੋਂ, ਸਾਰਿਆਂ ਨਾਲੋਂ ਅਸੀਂ ਤਾਂ ਮਹਾਨ ਹਸਤੀਆਂ ਬਣੇ ਹੋਏ ਹਾਂ। ਇਹ ਤਾਂ ਮੈਂ ਨੈਗੇਟਿਵ ਬੰਦਿਆਂ ਦੀਆਂ ਗੱਲਾਂ ਕੀਤੀਆਂ ਨੇ। ਸਾਡੇ ਅੱਗੇ ਪੋਜ਼ੀਟਿਵ ਬੰਦੇ ਆ ਜਾਣ, ਜਦੋਂ ਅਸੀਂ ਰੱਬ ਦੀਆਂ ਗੱਲਾਂ ਕਰਦੇ ਹਾਂ, ਅਸੀਂ ਕ੍ਰਿਸ਼ਨਾ, ਬੁੱਧ, ਨਾਨਕ, ਕਬੀਰ ਨੂੰ ਸਾਰਿਆਂ ਨੂੰ ਪਿੱਛੇ ਛੱਡ ਜਾਂਦੇ ਹਾਂ। ਸਾਡੇ ਤੋਂ ਵੱਡਾ ਕੋਈ ਧਾਰਮਿਕ ਬੰਦਾ ਨਹੀਂ ਹੁੰਦਾ। ਸਾਡੇ ਵਿੱਚ ਜਦ ਤੱਕ ਹਿਆ ਹੀ ਨਹੀਂ ਆਈ, ਹਿਆ ਆਊਗੀ ਆਪਣੀ ਔਕਾਤ ਤੋਂ। ਜਦੋਂ ਸਾਨੂੰ ਪਤਾ ਲੱਗੂਗਾ ਕਿ ਸਾਡੀ ਤਾਂ ਔਕਾਤ ਹੀ ਕੁਝ ਨਹੀਂ, ਜਦ ਇੱਕ ਮਾਂ ਦੇ ਦਿਲ ਵਿੱਚ ਆਊਗਾ ਇਹ ਤਾਂ ਪਰਮਾਤਮਾ ਨੇ ਬੱਚੇ ਨੂੰ ਦੇ ਦਿੱਤਾ, ਮੇਰੀ ਕੀ ਔਕਾਤ ਸੀ ਮੈਂ ਪੈਦਾ ਕਰ ਸਕਦੀ, ਮੇਰੀ ਕੀ ਔਕਾਤ ਆ ਮੈਂ ਇਸ ਨੂੰ ਜਨਮ ਦਿੱਤਾ ਵਾ, ਮੇਰੀ ਕੀ ਔਕਾਤ ਆ ਕਿ ਮੈਂ ਇਸ ਨੂੰ ਪਾਲ ਲੂੰਗੀ। ਇਹ ਤਾਂ ਪਰਮਾਤਮਾ ਮੈਨੂੰ ਸੋਝੀ ਬਖਸ਼ੂਗਾ ਤਾਂ ਮੈਂ ਇਸ ਬੱਚੇ ਨੂੰ ਪਾਲ ਸਕੂੰਗੀ। ਆਪਦੀ ਔਕਾਤ ਦੇ ਉੱਤੇ ਉਂਗਲੀ ਉਠਾਉਂਦਾ ਵਾ ਜਦੋਂ ਰਿਸ਼ਤਾ, ਤੇ ਉਸ ਦੂਸਰੇ ਦੇ ਰਿਸ਼ਤੇ ਦੇ ਵਿੱਚ ਦੀ ਜਦੋਂ ਅਸੀਂ ਰਿਸ਼ਦੇ ਹਾਂ, ਫਿਰ ਜਿਸ ਦੇ ਨਾਲ ਸਾਡਾ ਰਿਸ਼ਤਾ ਹੁੰਦਾ ਉਸ ਦੇ ਵਿੱਚ ਵੀ ਹਿਆ ਪੈਦਾ ਹੋ ਜਾਂਦੀ ਹੈ। ਜੇ ਸਾਡੇ ਵਿੱਚ ਹਿਆ ਨਹੀਂ, ਸਾਡੇ ਵਿੱਚ ਮਰਿਆਦਾ ਨਹੀਂ ਹੋ ਸਕਦੀ। ਜਦ ਸਾਡੇ ਵਿੱਚ ਮਰਿਆਦਾ ਨਹੀਂ ਹੋਊਗੀ, ਸਾਡੇ ਵਿੱਚ ਕਦੇ ਵੀ ਪਿਆਰ ਨਹੀਂ ਹੋ ਸਕਦਾ।